ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲਾ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਆਉਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਾਮਿਲ ਹੋਣਗੇ ਕੈਪਟਨ ਅਮਰਿੰਦਰ ਸਿੰਘ। ਸੀਐਮ ਦੇ ਮੀਡੀਆ ਐਡਵਾਈਜ਼ਰ ਨੇ ਕੀਤੀ ਪੁਸ਼ਟੀ। एएनएफटी ਦੀ ਟੀਮ ਨੇ ਜ਼ਬਤ ਕੀਤੀ 2 ਕਿਲੋ ਅਫਗਾਨੀ ਗ੍ਰੇਡ ਦੀ ਹੈਰੋਇਨ। 3 ਤਸਕਰ ਚੜੇ ਪੁਲਿਸ ਦੇ ਹੱਥੇ। ਤੇ ਖਰੜ ਦੇ ਸਨ ਇਨਕਲੇਵ ਦੇ ਵਿੱਚ ਇੱਕ ਵਿਅਕਤੀ ਨੇ ਕੀਤੀ ਖੁਦਕੁਸ਼ੀ। ਸਹੁਰੇ ਪਰਿਵਾਰ ਤੇ ਲੱਗ ਰਹੇ ਆਰੋਪ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਅਜਿਹੇ ਵਿੱਚ ਸਵਾਲ ਇਹ ਉੱਠਿਆ ਸੀ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਵਿੱਚ ਸ਼ਾਮਿਲ ਹੋਣਗੇ ਜਾਂ ਫਿਰ ਨਹੀਂ। ਤਾਂ ਤੁਹਾਨੂੰ ਦੱਸ ਦਈਏ ਕਿ ਸੀਐਮ ਦੇ ਮੀਡੀਆ ਐਡਵਾਈਜ਼ਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੀਐਮ ਕੈਪਟਨ ਅਮਰਿੰਦਰ ਸਿੰਘ ਤਾਜਪੋਸ਼ੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਹੋਣਗੇ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਤਰ੍ਹਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਮਾਫੀ ਮੰਗਣ ਨਵਜੋਤ ਸਿੰਘ ਸਿੱਧੂ, ਤਾਂ ਜਨਤਕ ਤੌਰ ਤੇ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਨੇ ਮਾਫੀ ਨਹੀਂ ਮੰਗੀ। ਸੋ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਕੁਲਜੀਤ ਸਿੰਘ ਨਾਗਰਾ ਤੇ ਸੰਗਤ ਸਿੰਘ ਗਿੱਲ ਜੀਆਂ ਜਿਹੜੇ ਨੇ ਉਹ ਇੱਥੋਂ ਨਿਕਲ ਰਹੇ ਨੇ ਸੀਐਮ ਹਾਊਸ ਤੋਂ, ਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਕਿ ਉਹ ਸੱਦਾ ਪੱਤਰ ਲੈ ਕੇ ਆਏ ਸੀ ਔਰ ਸੱਦਾ ਪੱਤਰ ਮਨਜ਼ੂਰ ਹੋ ਗਿਆ ਹੈ। ਤੁਸੀਂ ਵੇਖ ਸਕਦੇ ਹੋ ਕਿ ਸੰਗਤ ਸਿੰਘ ਗਿੱਲ ਜੀਆਂ ਤੇ ਕੁਲਜੀਤ ਸਿੰਘ ਨਾਗਰਾ ਦੋਵੇਂ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਇੱਥੋਂ ਦੀ ਸੀਐਮ ਹਾਊਸ ਤੋਂ, ਤੇ ਉਹਨਾਂ ਨੇ ਇਹ ਕਿਹਾ ਹੈ ਕਿ ਸੀਐਮ ਨੇ ਜਿਹੜਾ ਹੈ ਉਹਨਾਂ ਦਾ ਸੱਦਾ ਪੱਤਰ मंजूर कर लिया है। सद्दा पत्र मंजूर कर लिया गया है। कोई नहीं यार, ऐसा मेरे बाहर भी तो यही होना है, तो बड़ा नहीं होना है। यही ठीक है जी, नागरा साहब ठीक है। मीटिंग का एजेंडा हाँ जी, की गलबात हुई है नागरा साहब? सीएम बहुत ही सत्कारयोग मुख्यमंत्री साहब ਨੂੰ मिल के आए हैं। जो इनविटेशन कल ਦੇ प्रोग्राम जो पंजाब प्रदेश कांग्रेस कमेटी ਦੇ ਨਵੇਂ ਚੁਣੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਤੇ 4 ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਸੰਗਤ ਸਿੰਘ ਜੀ ਗਿੱਲ ਜੀਆਂ, पवन गोयल जी, सुखविंदर सिंह डैनी जी और मेरा कुलजीत सिंह नागरा जी, जो कल नूं पंजाब प्रदेश कांग्रेस कमेटी के दफ्तर का चार्ज लेना आ, उहदे वास्ते जिहड़ा एक इनविटेशन प्रधान साहब वालों और समूह मंत्री साहबान और MLA साहबान वालों दे के आए हैं। उन्होंने उस इनविटेशन को एक्सैप्ट किया आ और कल नूं आशीर्वाद देने वास्ते उत्थे पहुंचण। 7 बजे की चाह रखी कैप्टन साहब भी होंगे। सारी पार्टी कैप्टन साहब आ रहे सवेरे प्रोग्राम जा रहा है। सवेर ਦੀ ਚਾਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੋਨੋਂ ਆਣਗੇ ਜੀ। ਸੋ ਵੱਡੀ ਖਬਰ ਇਹੀ ਹੈ ਇਸ ਵੇਲੇ ਦੀ ਕਿ ਸੀਐਮ ਹਾਊਸ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਤੇ ਸੰਗਤ ਸਿੰਘ ਗਿੱਲ ਜੀਆਂ ਨੇ ਵਿਜ਼ਿਟ ਕੀਤਾ, ਸੀਐਮ ਦੇ ਨਾਲ ਮੁਲਾਕਾਤ ਕੀਤੀ ਤੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਹਸਤਾਖਰਾਂ ਵਾਲਾ ਜਿਹੜਾ ਸੱਦਾ ਪੱਤਰ ਹੈ ਉਹ ਸੀਐਮ ਨੂੰ ਦਿੱਤਾ ਤੇ ਸੀਐਮ ਨੇ ਉਹ ਸੱਦਾ ਪੱਤਰ ਮਨਜ਼ੂਰ ਕਰ ਲਿਆ ਹੈ। ਤੇ ਇੰਨਾ ਕਹਿ ਕੇ ਕੁਲਜੀਤ ਸਿੰਘ ਨਾਗਰਾ ਜਿਹੜੇ ਨੇ ਉਹ ਅੱਗੇ ਵੱਧ ਗਏ ਨੇ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਸਵੇਰੇ 10 ਵਜੇ ਜਿਹੜਾ ਹੈ ਚਾਹ ਤੇ ਚਰਚਾ ਹੋਵੇਗੀ तमाम ਵਿਧਾਇਕਾਂ ਤੇ ਸੀਐਮ ਦੇ ਵਿੱਚ, ਨਾਲ ਹੀ ਸਿੱਧੂ ਵੀ ਉੱਥੇ ਮੌਜੂਦ ਹੋਣਗੇ ਤੇ ਦੋਵਾਂ ਨੂੰ ਇਕੱਠੇ ਕਰਨ ਦੀ ਇੱਕ ਮੰਚ ਤੇ ਲਿਆਉਣ ਦੀ ਤੇ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਇਹ ਮੀਟਿੰਗ ਜਿਹੜੀ ਹੈ ਉਹ ਅਹਿਮ ਰਹੇਗੀ। ਕੈਮਰਾਮੈਨ ਸੂਰਜ ਦੇ ਨਾਲ ਸ਼੍ਰਮਿਤ, ਜਗਬਾਣੀ ਟੀਵੀ, ਸਿਸਵਾ, ਮੋਹਾਲੀ। उधर एएनएफटी ਦੀ ਟੀਮ ਨੇ ਇੱਕ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਉਸਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਕੋਲੋਂ एएनएफटी ਦੀ ਟੀਮ ਨੇ 2 ਕਿਲੋ ਅਫਗਾਨੀ ਗ੍ਰੇਡ ਦੀ ਹੈਰੋਇਨ ਵੀ ਜ਼ਬਤ ਕੀਤੀ ਹੈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 14 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਉਦੋਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਨੂੰ ਉਮੀਦ ਹੈ, ਟੀਮ ਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੀ ਨਿਸ਼ਾਨਦੇਹੀ ਤੇ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਨੇ। ਨਸ਼ਾ ਤਸਕਰੀ ਭਾਰਤ ਦੇ ਵਿੱਚ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਹਰ ਰੋਜ਼ ਫੈਲਦੀ ਜਾ ਰਹੀ ਹੈ ਅਤੇ ਇਸ ਦੇ ਵਿੱਚ ਬਹੁਤ ਸਾਰੇ ਵਿਅਕਤੀ, ਨੌਜਵਾਨ ਸ਼ਾਮਲ ਹੁੰਦੇ ਜਾ ਰਹੇ ਨੇ। ਤਾਜ਼ਾ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ ਜਿਸ ਦੇ ਵਿੱਚ ANTF ਦੀ ਟੀਮ ਨੇ
2 ਕਿਲੋ ਅਫਗਾਨਿਸਤਾਨ ਗ੍ਰੇਡ ਦੀ ਹੈਰੋਇਨ ਫੜੀ ਹੈ ਤੇ ਇਸ ਹੈਰੋਇਨ ਦੀ ਕੌਮਾਂਤਰੀ ਮਾਰਕੀਟ ਦੇ ਵਿੱਚ ਕੀਮਤ 14 ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਇਸ ਦੇ ਵਿੱਚ 3 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨ੍ਹਾਂ ਦੀ ਪਹਿਚਾਣ ਨਰੇਸ਼, ਕੋਮਲ ਸਿੰਘ ਅਤੇ ਬਲਬੀਰ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ। ANTF ਦੇ SSP ਵਿਨੇ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਫੜੀ ਗਈ 2 ਕਿਲੋ ਹੈਰੋਇਨ ਅਫਗਾਨਿਸਤਾਨ ਗ੍ਰੇਡ ਦੀ ਹੈ ਅਤੇ ਕੌਮਾਂਤਰੀ ਮਾਰਕੀਟ ਦੇ ਵਿੱਚ ਇਸ ਦੀ ਕੀਮਤ ਤਕਰੀਬਨ 14 ਕਰੋੜ ਰੁਪਏ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 3 ਆਰੋਪੀਆਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਹੋਰ ਵੀ ਕਈ ਨਾਮ ਸਾਹਮਣੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੋਰ ਵੀ ਕਈ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ। 2 दिनों की सख्त मेहनत के बाद एंटी नारकोटिक टास्क फोर्स को एक अंतर्राष्ट्रीय गिरोह का पता चला जो कि बॉर्डर क्रॉस करवा के हिंदुस्तान की तरफ ड्रग्स पुश करते थे और भारत की तरफ से कुछ लोग ऐसे जो उस ड्रग को फिर आगे फर्दर सप्लाई करते थे। कुल 3 लोगों को गिरफ्तार किया गया है। 2 पैकेट हीरोइन के जब्त हुए हैं जिसकी अंतर्राष्ट्रीय मार्केट में कीमत 14 करोड़ के लगभग है। 19 तारीख को हमें एक स्पेसिफिक इतला मिली कि एक आदमी जिसका नाम नरेश कुमार है वो खोड़ एरिया से अखनूर की तरफ हीरोइन की कोई बड़ी कंसाइनमेंट लेके जा रहा है। उसकी स्कूटी का नंबर भी हमारे साथ शेयर किया गया। एंटी नारकोटिक टास्क फोर्स की टीमें उन्होंने जगह जगह पे नाके लगाए और दौरान सर्च उस स्कूटी को जब हमने रोका उसकी सर्च से हमें एक पैकेट हीरोइन का जब्त हमने किया जिस पर बड़ा ख़ास किस्म का निशान था जो कि उसको अफ़गान ग्रेड हीरोइन की तरफ इशारा कर रहा था। जब उसकी फर्दर इंटरोगेशन की गई तो उसने बताया कि 2 लोग और ऐसे हैं जो इसी अंतर्राष्ट्रीय ड्रग कार्टेल का हिस्सा हैं और उनकी जानकारी में एक पैकेट और है जो अंतर्राष्ट्रीय सीमा के पास कहीं छुपाया हुआ है। 2 दिन लगातार पिछले 19 की शाम और 20-21 को लगातार बारिश का मौसम था जैसा आपको पता है। उसके बावजूद वहाँ की आर्मी के सहयोग से लगातार सर्च ऑपरेशन चलते रहे। 5-5 फुट पानी के बीच में से हमारी टीमें सर्च कंटिन्यू करती रहीं, लेकिन जब उस लड़के को नरेश को एक बार फिर से सस्टेन्ड इंटरोगेशन उसकी की गई तो फिर उसने बताया कि 2 लड़के जिनका नाम मैं आपके साथ भी शेयर करूँगा उनको उस जगह का खास जगह का पता है जहां पर वो एक पैकेट और हीरोइन का छुपाया हुआ है। उन लड़कों के नाम कमल सिंह जो खोड़ का रहने वाला और दूसरा बलबीर सिंह वो भी खोड़ का रहने वाला। दोनों को गिरफ्तार किया गया। बलबीर सिंह एक्स सर्विसमैन है। उनकी सस्टेन्ड क्वेश्चनिंग और इंटेरोगेशन के दौरान वो हमें एक ऐसी जगह पे ले गए अंतर्राष्ट्रीय सीमा के बिल्कुल पास जहां से हमें एक पैकेट और हीरोइन का जब्त हमने किया। उस पर भी ख़ास किस्म का निशान लगा हुआ था जो कि अफ़गान ग्रेड हीरोइन की पहचान करवाता है। 2 पैकेट हीरोइन हमने जब्त किए हैं। 3 लोगों को गिरफ्तार किया गया है। जब उनकी फर्दर क्वेश्चनिंग की गई उनका मोडस ऑपरेंडी हमने जो स्टार्टिंग की जो इन्वेस्टिगेशन में सामने आया वो ये बताते हैं कि पाकिस्तान की तरफ से जो ड्रग कार्टल्स हैं वो अंतर्राष्ट्रीय सीमा के फेंस से वहाँ से पैकेट पार फेंकते हैं और ऐसी जगह पे छुपा देते हैं जहाँ से ये लोग जाके आगे वहाँ से कलेक्ट करके अपनी तरफ लाते अगर इनको कोई मौका मिलता। उससे पहले ही ये लोग गिरफ्तार हो गए और कुल मिला के हमें 2 किलो हीरोइन हमने जब्त की जिसकी अंतर्राष्ट्रीय मार्केट में कीमत 14 करोड़ रुपए है। चंडीगढ़ तो कुलदीप कुमार की रिपोर्ट, जगबानी टीवी। उधर खरड़ ਦੇ ਸਾਨੀ ਇਨਕਲੇਵ ਦੇ ਵਿੱਚ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਉਸ ਵੱਲੋਂ ਵਾਇਰਲ ਕੀਤਾ ਗਿਆ ਜਿਸ ਦੇ ਵਿੱਚ ਉਸਨੇ ਆਪਣੇ ਸਹੁਰੇ ਪਰਿਵਾਰ ਦੇ ਉੱਪਰ ਕਈ ਤਰ੍ਹਾਂ ਦੇ ਆਰੋਪ ਲਗਾਏ ਨੇ। ਪੇਸ਼ ਹੈ ਰਿਪੋਰਟ। ਮੋਹਾਲੀ ਦੇ ਖਰੜ ਇਲਾਕੇ ਵਿੱਚ ਪੈਂਦੇ ਸਨੀ ਇਨਕਲੇਵ ਦੇ ਵਿੱਚ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਇਸ ਵਿਅਕਤੀ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਜਿਸ ਵਿੱਚ ਉਸਨੇ ਅਜਿਹਾ ਕਦਮ ਚੁੱਕਣ ਦੇ ਕਾਰਨ ਦੱਸਦਿਆਂ ਹੋਇਆਂ ਆਪਣੇ ਸਹੁਰੇ ਪਰਿਵਾਰ ਉੱਤੇ ਗੰਭੀਰ ਕਿਸਮ ਦੇ ਇਲਜ਼ਾਮ ਵੀ ਲਗਾਏ। ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਦੇ ਮੁਤਾਬਿਕ ਉਸਦੇ ਸਹੁਰਾ ਪਰਿਵਾਰ ਵੱਲੋਂ ਬਿਜ਼ਨਸ ਦਾ ਝਾਂਸਾ ਦੇ ਕੇ ਉਸ ਨਾਲ ਪੈਸਿਆਂ ਦੀ ਹੇਰ-ਫੇਰ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਸਦੀ ਪਤਨੀ ਸਮੇਤ ਸਹੁਰੇ ਪਰਿਵਾਰ ਨਾਲ ਝਗੜਾ ਵੀ ਚੱਲ ਰਿਹਾ ਸੀ ਜਿਸ ਕਾਰਨ ਉਸਨੇ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਵਰਗਾ ਭਿਆਨਕ ਕਦਮ ਚੁੱਕ ਲਿਆ। मेरे फादर साहब मिस्टर नरेश खुराना, मेरी मदर मिसेस उषा खुराना, मेरी सिस्टर शगुन मल्होत्रा
और मेरे सर चंद्रशेखर सर तक इसको शेयर कर दीजिए। ये मैसेज मेरी डेथ से कुछ आवर्स पहले ही मैं रिकॉर्ड कर रहा हूँ। अब उसके मैं थोड़े से रीज़न बताना चाहूँगा। मेरी शादी तकरीबन 8 साल पहले रिचा नाम की लड़की से हुई है, रिचा सेठी। पहले स्टार्टिंग में तकरीबन शादी के 6-8 महीने बाद मैंने इसकी पेरेंट्स यानी कि इसके फादर के साथ और फिर इसके भाई के साथ मैंने कुछ बिजनेस डीलिंग के लिए पैसे इन्वेस्ट किए थे। इन्होंने मेरे को थोड़ा चीट किया उसमें, लेकिन मेरे को उसमें समझ आ गई कि अब इनके साथ काम नहीं करना चाहिए। इनकी नीयत ठीक नहीं थी। शादी के कुछ ही महीनों बाद मेरे को पता चल गया। अब जब इनको पता चल गया कि जीजा जी को समझ आ गई है, अपनी मदर को नाजायज़ सपोर्ट करने के लिए मेरी झूठी कस्में खाई, मेरे और मेरे बेटे की झूठी कस्में खाई। उसके बाद मतलब कोई झूठ इसने नहीं छोड़ा, हर तरीके से इन्होंने मेरे को हरास किया। मैंने इसकी 3600 बार गलतियां माफ़ की कि चलो कोई बात नहीं, घर ठीक रहना चाहिए, शांति जिस भाव मिले अच्छी है। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇ ਮੁਤਾਬਿਕ ਉਹਨਾਂ ਵੱਲੋਂ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਸਹੁਰਾ ਪਰਿਵਾਰ ਦੇ 5 ਮੈਂਬਰਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਮ੍ਰਿਤਕ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਦੇ ਪਰਿਵਾਰਕ ਮੈਂਬਰ ਹਾਲੇ ਫਰਾਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਤਲਾਸ਼ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹਾਊਸ ਨੰਬਰ ਹੈਗਾ ਜਿਹੜਾ ਸਨੀ ਐਨਕਲੇਵ ਦੇ ਵਿੱਚ, ਉੱਥੇ ਸੁਸਾਈਡ ਹੋਇਆ ਹੈਗਾ। ਉਹ ਜਿਹੜਾ ਕਿ ਅਭਿਸ਼ੇਕ ਖੁਰਾਨਾ ਨਾਮ ਦਾ ਲੜਕਾ ਸੀਗਾ, ਉਹ ਜਿਹੜਾ ਉੱਥੇ ਫਸਟ ਫਲੋਰ 'ਤੇ ਰਹਿ ਰਿਹਾ ਸੀਗਾ ਪਿਛਲੇ ਕਾਫੀ ਸਮੇਂ ਤੋਂ, ਅਤੇ ਉਹਦਾ ਆਪਣੇ ਸਹੁਰੇ ਪਰਿਵਾਰ ਨਾਲ ਪੈਸਿਆਂ ਨੂੰ ਲੈ ਕੇ ਕੋਈ ਡਿਸਪਿਊਟ ਚੱਲ ਰਿਹਾ ਸੀਗਾ, ਜਿਹਦੇ ਕਰਕੇ ਉਹਨੇ ਸੁਸਾਈਡ ਕੀਤਾ ਹੈਗਾ ਉੱਥੇ ਸਿਲੰਡਰ ਨੂੰ ਯੂਜ਼ ਕਰਕੇ, ਨਾਈਟ੍ਰੋਜਨ ਸਿਲੰਡਰ। ਅਤੇ ਉਸ ਤੋਂ ਪਹਿਲਾਂ ਉਸਨੇ ਇੱਕ ਆਪਣੀ ਮਰਨ ਤੋਂ ਪਹਿਲਾਂ ਇੱਕ ਵੀਡੀਓ ਤਿਆਰ ਕੀਤੀ ਹੈਗੀ ਸੁਸਾਈਡ ਦੀ, ਕਿ ਉਹ ਕਿਹਨਾਂ ਕਾਰਨਾਂ ਕਰਕੇ ਜਿਹੜਾ ਸੁਸਾਈਡ ਕਰ ਰਿਹਾ ਹੈਗਾ, ਜਿਹਦੇ ਵਿੱਚ ਉਹਨੇ ਆਪਣੇ ਸਹੁਰੇ ਪਰਿਵਾਰ ਦਾ ਔਰ ਆਪਣੀ ਵਾਈਫ ਨੂੰ ਇਹਦਾ ਜ਼ਿੰਮੇਵਾਰ ਦੱਸਿਆ। ਤੇ ਜਿਹਦੇ ਤਹਿਤ ਅਸੀਂ 306 IPC ਦਾ ਜਿਹੜਾ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਫਿਲਹਾਲ ਪੁਲਿਸ ਵੱਲੋਂ ਮਾਮਲੇ ਨੂੰ ਲੈ ਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਕੀ ਸੱਚਾਈ ਨਿਕਲ ਕੇ ਸਾਹਮਣੇ ਆਏਗੀ। ਜਗਬਾਣੀ ਟੀਵੀ ਲਈ ਕੁਰਾਲੀ ਤੋਂ ਹਰੀਸ਼ ਬਟਲਾ ਦੀ ਰਿਪੋਰਟ। ਨੌਕਰੀ ਦੇਣ ਦੇ ਨਾਮ ਤੇ ਠੱਗੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਤੇ ਅਜਿਹਾ ਹੀ ਇੱਕ ਹੋਰ ਮਾਮਲਾ ਚੰਡੀਗੜ੍ਹ ਦੇ ਵਿੱਚ ਵੀ ਸਾਹਮਣੇ ਆਇਆ, ਜਿੱਥੇ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਦੇਣ ਦੇ ਨਾਮ ਤੇ ਕੁਝ ਲੋਕਾਂ ਵੱਲੋਂ ਠੱਗੀ ਕੀਤੀ ਜਾ ਰਹੀ ਸੀ। ਲੋਕਾਂ ਤੋਂ ਲੱਖਾਂ ਰੁਪਏ ਇਕੱਠੇ ਕੀਤੇ ਜਾ ਰਹੇ ਸੀ ਤਾਂ ਅਜਿਹੇ ਗਿਰੋਹ ਦਾ ਇੱਕ ਵਿਅਕਤੀ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ ਤੇ ਪੁਲਿਸ ਦੀ ਗ੍ਰਿਫਤ ਵਿੱਚ ਆਉਣ ਤੋਂ ਬਾਅਦ ਉਸਨੇ ਕਈ ਖੁਲਾਸੇ ਵੀ ਕੀਤੇ। ਪੇਸ਼ ਰਿਪੋਰਟ। ਨੌਕਰੀ ਦਿਵਾਉਣ ਦੇ ਨਾਂ ਤੇ ਜੀਰਕਪੁਰ ਪੁਲਿਸ ਵੱਲੋਂ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੁਲਿਸ ਮੁਤਾਬਿਕ ਉਹਨਾਂ ਨੇ ਪੈਸੇ ਲੈ ਕੇ ਲੋਕਾਂ ਨੂੰ ਇੱਕ ਗਿਰੋਹ ਦੇ ਇੱਕ ਇਹੋ ਜਿਹੇ ਸ਼ਖਸ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਉਹਨਾਂ ਨਾਲ ਠੱਗੀ ਮਾਰਦਾ ਸੀ ਤੇ ਉੱਥੇ ਫੜੇ ਗਏ ਸ਼ਖਸ ਵੱਲੋਂ ਪੁਲਿਸੀਆ ਜਾਂਚ ਦੇ ਵਿੱਚ ਕਈ ਖੁਲਾਸੇ ਵਿੱਚ ਕੀਤੇ ਗਏ ਹਨ, ਜਿਸ ਨੂੰ ਸੁਣ ਕੇ ਜੀਰਕਪੁਰ ਪੁਲਿਸ ਵੀ ਦੰਗ ਰਹਿ ਗਈ ਹੈ। ਫੜੇ ਗਏ ਨੌਜਵਾਨ ਦੀ ਪਹਿਚਾਣ ਸਿਰਸਾ ਦੇ ਰਹਿਣ ਵਾਲੇ ਗੌਰਵ ਅਰੋੜਾ ਦੇ ਤੌਰ ਤੇ ਹੋਈ ਹੈ। ਜਾਣਕਾਰੀ ਦੇ ਸੰਬੰਧ ਦੇ ਵਿੱਚ ਥਾਣਾ ਜੀਰਕਪੁਰ ਦੇ SHO ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੌਰਵ ਅਰੋੜਾ ਨਾਂ ਦਾ ਵਿਅਕਤੀ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਨਾਂ ਤੇ ਲੱਖਾਂ ਦੀ ਠੱਗੀ ਮਾਰ ਚੁੱਕਾ ਹੈ ਤੇ ਆਰੋਪੀ ਜੀਰਕਪੁਰ, ਮੋਹਾਲੀ ਤੇ ਚੰਡੀਗੜ੍ਹ ਦੇ ਲਗਭਗ 6 ਆਫਿਸ ਵੱਖ-ਵੱਖ ਥਾਵਾਂ ਤੇ ਖੋਲੇ ਹੋਏ ਹਨ। ਆਨਲਾਈਨ ਫੇਸਬੁੱਕ ਦੇ ਮਾਧਿਅਮ ਦੇ ਨਾਲ ਨੌਜਵਾਨਾਂ ਨਾਲ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਗੁੰਮਰਾਹ ਕਰਦਾ ਸੀ ਤੇ ਪੁਲਿਸ ਨੂੰ ਇਸ ਬਾਬਤ ਅੰਬਾਲਾ ਦੇ ਰਹਿਣ ਵਾਲੇ ਕਈ ਲੋਕਾਂ ਨੂੰ ਹਜ਼ਾਰਾਂ ਰੁਪਇਆਂ ਦੀ ਜ਼ਬਤ ਲਗਾ ਚੁੱਕਾ ਹੈ, ਜਿਸ ਦੀ ਸ਼ਿਕਾਇਤ ਦਿੱਤੀ ਗਈ ਸੀ ਤੇ ਪੁਲਿਸ ਨੇ ਉਸ ਦੇ ਆਧਾਰ ਤੇ ਜਾਂਚ ਕਰਦੇ ਹੋਏ ਇਸ ਵੱਡੇ ਸਕੈਂਡਲ ਦਾ ਪਰਦਾਫਾਸ਼ ਕੀਤਾ। ਮਿਤੀ 17/7/21 ਨੂੰ ਕਿਸ਼ਨ ਕੁਮਾਰ ਵਾਸੀ ਮਹਿਮੂਦਪੁਰ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਕੰਪਲੇਂਟ ਵਸੂਲ ਹੋਈ ਸੀ ਕਿ ਉਸ ਨੂੰ ਇੱਥੇ ਜੀਰਕਪੁਰ 'ਚ ਇੱਕ ਰਿਪਲੇਸਮੈਂਟ ਨਾਂ ਦੀ ਏਜੰਸੀ ਦੇ ਕੁਝ ਮੈਂਬਰਾਂ ਨੇ ਠੱਗੀ ਮਾਰੀ ਹੈ। ਵੀ ਨੌਕਰੀ ਲਾਉਣ ਦਾ ਚਾਂਸਾ ਦਿੱਤਾ ਕਿ ਤੁਹਾਨੂੰ PGI 'ਚ ਨੌਕਰੀ ਲਵਾਵਾਂਗੇ, ਜੇ PGI 'ਚ ਨਾ ਮਿਲੀ ਤਾਂ ਤੁਹਾਨੂੰ ਬੈਂਕ 'ਚ ਲਵਾਵਾਂਗੇ, ਜੇ ਬੈਂਕ 'ਚ ਨਾ ਮਿਲੀ ਤਾਂ ਤੁਹਾਨੂੰ ਕਿਸੇ ਪ੍ਰਾਈਵੇਟ ਸੈਕਟਰ 'ਚ ਨੌਕਰੀ ਲਵਾਵਾਂਗੇ। ਜੋ ਉਹਦੀ ਸਟੇਟਮੈਂਟ 'ਤੇ ਤੁਰੰਤ ਅਸੀਂ ਕੇਸ ਰਜਿਸਟਰ ਕੀਤਾ ਗਿਆ। ਜਦੋਂ ਕੇਸ ਰਜਿਸਟਰ ਹੋ ਗਿਆ ਤਾਂ ਮਾਨਯੋਗ SSP ਸ਼੍ਰੀ ਸਤਿੰਦਰ ਸਿੰਘ ਜੀ ਨੇ ਇਸ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ, ਜਿਸ ਦੇ ਇੰਚਾਰਜ ਮੈਡਮ ਰਜੋਤ ਕਰੇਵਾਲ IPS, SP ਰੂਰਲ ਮੋਹਾਲੀ ਅਤੇ DSP ਬਰੋਜ਼ ਜੀ ਸਬ ਡਿਵੀਜ਼ਨ ਜੀਰਕਪੁਰ ਦੀ ਗਾਈਡਲਾਈਨ ਤੇ ਪੁਲਿਸ ਜੀਰਕਪੁਰ ਵੱਲੋਂ ਇਹਦੇ ਤੇ ਡੂੰਘਾਈ ਨਾਲ ਇਹਦੀ ਤਫਤੀਸ਼ ਕੀਤੀ। ਤੋ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਗੌਰਵ ਅਰੋੜਾ
ਉਰਫ ਅਮਿਤ ਉਰਫ ਅਮਨਦੀਪ ਸਿੰਘ ਪੁੱਤਰ ਹਰੀਸ਼ ਅਰੋੜਾ ਵਾਸੀ ਸਿਰਸਾ ਨੂੰ ਅਸੀਂ ਕਾਬੂ ਕੀਤਾ ਔਰ ਉਹਦੇ ਤੋਂ 30,000 ਰੁਪਏ ਰਿਕਵਰ ਵੀ ਕੀਤੇ ਆ। ਇਸ ਦੋਸ਼ੀ ਨੇ ਆਪਣੇ 3 ਨਾਂ ਰੱਖੇ ਆ, ਗੌਰਵ ਅਰੋੜਾ, ਅਮਿਤ ਤੇ ਅਮਨਦੀਪ। ਇਸੇ ਤਰ੍ਹਾਂ ਇਹਨੇ ਆਪਣੇ 3 ਐਡਰੈਸ ਵੀ ਰੱਖੇ ਆ। ਇੱਕ ਉਹਨੇ ਦਿੱਤਾ ਪੀਰ ਮੁਸ਼ੱਲਾ ਢਕੋਲੀ ਦਾ, ਦੂਸਰਾ ਅਮਰਾਵਤੀ ਪੰਚਕੂਲਾ ਅਤੇ ਤੀਸਰਾ ਉਹਨੇ ਸਿਵਲ ਹਸਪਤਾਲ ਸਿਰਸਾ। ਕੁੱਲ ਇਹਨੇ 4 ਐਡਰੈਸ ਆਪਣੇ ਅਲੱਗ-ਅਲੱਗ ਰੱਖ ਕੇ ਪਬਲਿਕ ਨੂੰ ਅਲੱਗ-ਅਲੱਗ ਐਡਰੈਸ ਦਿੰਦਾ ਤੇ ਕਿਤੇ ਰਹਿੰਦਾ ਵੀ ਇੱਕ ਟਿਕਾਣੇ ਤੇ ਨਹੀਂ ਹੈ। ਇਸ ਤੋਂ ਇਲਾਵਾ ਇਹਨੇ ਉਹ ਟੈਂਪਰੇਰੀ ਟਿਕਾਣੇ ਵੀ ਕਈ ਹੋਟਲਾਂ 'ਚ ਰਹਿਣਾ ਦੇ ਇਹਦੇ 'ਚ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ। ਦੱਸ ਦਈਏ ਕਿ ਜੀਰਕਪੁਰ ਪੁਲਿਸ ਫੜੇ ਗਏ ਗੌਰਵ ਅਰੋੜਾ ਤੋਂ ਗਹਿਨਤਾ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਕਈ ਸਾਥੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਉਹਨਾਂ ਦੀ ਭਾਲ ਦੇ ਵਿੱਚ ਵੀ ਪੁਲਿਸ ਛਾਪੇਮਾਰੀ ਥਾਂ ਕਰ ਰਹੀ ਹੈ ਤੇ ਛੇਤੀ ਪੁਲਿਸ ਵੱਲੋਂ ਇਸ ਗਿਰੋਹ ਦੇ ਹਰ ਇੱਕ ਬੰਦੇ ਨੂੰ ਫੜ ਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜਗਬਾਣੀ ਟੀਵੀ ਲਈ ਜੀਰਕਪੁਰ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਵਧਦਾ ਹੀ ਜਾ ਰਿਹਾ ਹੈ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹਰ ਦਿਨ ਸਾਹਮਣੇ ਆਉਂਦੀਆਂ ਨੇ। ਉਧਰ ਪੁਲਿਸ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਾਰਦਾਤਾਂ ਤੇ ਨਕੇਲ ਕੱਸੀ ਜਾਵੇ। ਇਸੇ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲੁੱਟ ਖੋਹ ਗਿਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਇਹਨਾਂ ਕੋਲੋਂ ਵੱਡੀ ਗਿਣਤੀ ਵਾਹਨ ਵੀ ਬਰਾਮਦ ਕੀਤੇ। ਚੰਡੀਗੜ੍ਹ 'ਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਹੁਣ ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣ ਦੇ ਮੂਡ ਵਿੱਚ ਨਹੀਂ ਹੈ। ਪੁਲਿਸ ਦੇ ਵੱਲੋਂ ਹੁਣ ਚੋਰਾਂ ਨੂੰ ਫੜਨ ਦੇ ਲਈ ਸਖਤੀ ਵਰਤੀ ਜਾ ਰਹੀ ਹੈ। ਇਸ ਵਿੱਚ ਮਲੋਇਆ ਥਾਣਾ ਪੁਲਿਸ ਨੇ ਵੀ ਅਜਿਹੇ ਹੀ ਚੋਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਚੰਡੀਗੜ੍ਹ ਐਸਐਸਪੀ ਕੁਲਦੀਪ ਚਹਿਲ ਨੇ ਵਾਹਨ ਚੋਰੀਆਂ ਕਰਨ ਵਾਲਿਆਂ ਤੇ ਨਕੇਲ ਕੱਸਣ ਦੇ ਲਈ ਥਾਣਾ ਮੁਖੀਆਂ ਨੂੰ ਅੰਕੁਸ਼ ਲਗਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਨੇ, ਜਿਸ ਦੇ ਚੱਲਦੇ ਹੁਣ ਸ਼ਹਿਰ ਵਿੱਚ ਪੈਟਰੋਲਿੰਗ ਹੋਰ ਵੀ ਸਖਤ ਕਰ ਦਿੱਤੀ ਗਈ ਹੈ। ਥਾਂ ਤੇ ਨਾਕੇ ਲਗਾ ਕੇ ਵਾਹਨ ਅਤੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਚੱਲਦੇ ਪੁਲਿਸ ਨੂੰ ਕਾਮਯਾਬੀ ਵੀ ਹਾਸਲ ਹੋ ਰਹੀ ਹੈ। ਅਜਿਹਾ ਹੀ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਥਾਣਾ ਮਲੋਇਆ ਪੁਲਿਸ ਨੇ। ਇਹ ਚੋਰ ਗਿਰੋਹ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਪਰ ਹੁਣ ਮਲੋਇਆ ਥਾਣਾ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਆਰੋਪੀਆਂ ਦੀ ਪਹਿਚਾਣ ਤਨਾਸ ਨਿਵਾਸੀ ਤਨੁਸ਼ ਉਰਫ ਤੋਤਲਾ ਅਤੇ ਸੂਰਜਪਾਲ ਉਰਫ ਸਾਹਿਲ ਦੇ ਰੂਪ ਵਿੱਚ ਹੋਈ ਹੈ। ਉੱਥੇ ਹੀ ਪੁਲਿਸ ਨੇ ਆਰੋਪੀਆਂ ਦੇ ਕਬਜ਼ੇ ਤੋਂ ਚੋਰੀ ਦੇ ਵਾਹਨ ਵੀ ਬਰਾਮਦ ਕੀਤੇ ਨੇ। 5 ਦੁਪਹੀਆ ਵਾਹਨ ਇੱਕ ਆਟੋ ਪੁਲਿਸ ਨੇ ਆਰੋਪੀਆਂ ਤੋਂ ਬਰਾਮਦ ਕੀਤਾ। ਆਰੋਪੀਆਂ ਨੂੰ ਮਲੋਇਆ ਥਾਣਾ ਪੁਲਿਸ ਨੇ ਬੱਸ ਸਟੈਂਡ ਦੇ ਕੋਲ ਨਾਲੇ ਤੋਂ ਗ੍ਰਿਫਤਾਰ ਕੀਤਾ। ਆਰੋਪੀਆਂ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਬੀਤੇ ਦਿਨ ਇੰਡਸਟਰੀਅਲ ਏਰੀਆ ਫੇਸ 1 ਦੇ ਵਿੱਚ ਹੋਈ ਐਕਟਿਵਾ ਲੁੱਟ ਦੀ ਵਾਰਦਾਤ ਨੂੰ ਵੀ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੀ ਤੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਗੱਲ ਆਈ ਹੈ ਕਿ ਆਰੋਪੀਆਂ ਨੇ ਹੋਰ ਵੀ ਕਈ ਵਾਹਨ ਚੋਰੀ ਕੀਤੇ ਨੇ। ਫਿਲਹਾਲ ਪੁਲਿਸ ਇਸ ਮਾਮਲੇ 'ਚ ਦੋਨਾਂ ਆਰੋਪੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਅੱਗੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਚੰਡੀਗੜ੍ਹ ਪੁਲਿਸ ਨੇ ਇੱਕ ਹੋਰ ਸਫਲਤਾ ਆਪਣੇ ਨਾਮ ਦਰਜ ਕਰਵਾਈ। ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਤਾਂ ਇੱਕ ਕਤਲ ਕੇਸ ਦਾ ਆਰੋਪੀ ਪੁਲਿਸ ਦੇ ਹੱਥੇ ਚੜ੍ਹ ਗਿਆ। ਉਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਉਸ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਚੰਡੀਗੜ੍ਹ ਐਸਐਸਪੀ ਕੁਲਦੀਪ ਚਹਿਲ ਦੇ ਸਖਤ ਹਦਾਇਤਾਂ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਨੇ ਆਪਣੀ ਕਮਰ ਕੱਸ ਲਈ ਹੈ ਤੇ ਆਏ ਦਿਨ ਚੰਡੀਗੜ੍ਹ ਪੁਲਿਸ ਕਿਸੇ ਨਾ ਕਿਸੇ ਕੁਖਿਆਤ ਆਰੋਪੀ ਜਾਂ ਫਿਰ ਨਸ਼ਾ ਤਸਕਰ ਤੇ ਜਾਂ ਫਿਰ ਕਿਸੇ ਨਾ ਕਿਸੇ ਗਿਰੋਹ ਦਾ ਪਰਦਾਫਾਸ਼ ਕਰ ਰਹੀ ਹੈ। ਅਜਿਹੇ ਵਿੱਚ ਹੀ ਵੱਡੀ ਕਾਮਯਾਬੀ ਚੰਡੀਗੜ੍ਹ ਸੈਕਟਰ 24 ਚੌਂਕੀ ਪੁਲਿਸ ਨੂੰ ਮਿਲੀ ਹੈ। ਇੱਕ ਵੱਡੀ ਕਾਮਯਾਬੀ ਦੇ ਤਹਿਤ ਸੈਕਟਰ ਇੰਚਾਰਜ ਪ੍ਰਦੀਪ ਸਿੰਘ ਅਤੇ ਉਹਨਾਂ ਦੀ ਟੀਮ ਨੇ ਇੱਕ ਨੌਜਵਾਨ ਨੂੰ ਸੈਕਟਰ 25 ਤੋਂ ਦਬੋਚਿਆ, ਜਿਸ ਦੇ ਕਬਜ਼ੇ ਤੋਂ ਇੱਕ ਦੇਸੀ ਕੱਟਾ ਤੇ ਇੱਕ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ। ਉੱਥੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੈਕਟਰ 24 ਚੌਂਕੀ ਇੰਚਾਰਜ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨਾਜਾਇਜ਼ ਅਸਲਾ ਲੈ ਕੇ ਘੁੰਮ ਰਿਹਾ, ਜਿਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਸੈਕਟਰ 25 ਰੈਲੀ ਗਰਾਊਂਡ ਦੇ ਕੋਲੋਂ ਉਸ ਨੂੰ ਦਬੋਚ ਲਿਆ ਤੇ ਇਸ ਦੇ ਕਬਜ਼ੇ ਤੋਂ ਇੱਕ ਦੇਸੀ ਕੱਟਾ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ।
सिद्धू जी, क्या ये मामला है, किसकी गिरफ्तारी हुई है और क्या क्या उसके कब्जे से पाया गया है? सोमी नाम का लड़का सेक्टर 25 में रहता है। ये रेली ग्राउंड से पकड़ा था कल। इसकी दर से देसी कट्टा मिला था 315 बोर और एक जिंदा कारतूस। तो ये कहाँ का लड़का है, क्या नाम है इसकी, कहाँ की पहचान है? ये सोमी इसका नाम है। इसके बाप का नाम राजेश कुमार, सेक्टर 25 का रहने वाला। और सुनने में आया है कि कुछ और भी पहले भी मामले दर्ज हैं इस पे? हाँ, इसके ऊपर एक 302 का पहले ही मामला दर्ज है, अब जो कि 20 मई को बेल पर है। तो आज इसे जिला अदालत पेश किया जाएगा। यस। ਜਾਣਕਾਰੀ ਦੱਸਦੀ ਕਿ ਫੜੇ ਗਏ ਨੌਜਵਾਨ ਦੀ ਪਹਿਚਾਣ ਸੈਕਟਰ 25 ਨਿਵਾਸੀ ਸੋਮੀ ਦੇ ਰੂਪ ਵਿੱਚ ਹੋਈ ਹੈ ਤੇ ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 2018 ਵਿੱਚ ਸੋਮੀ ਤੇ ਹੱਤਿਆ ਦਾ ਮਾਮਲਾ ਦਰਜ ਹੋਇਆ ਸੀ ਤੇ ਇਸ ਤੋਂ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਸੋਮੀ ਨਾਮਜ਼ਦ ਹੈ ਤੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਸੋਮੀ 20 ਮਈ ਨੂੰ ਜ਼ਮਾਨਤ ਤੇ ਬਾਹਰ ਆਇਆ ਸੀ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਨਿਯਮਾਂ ਦੀਆਂ ਧੱਜੀਆਂ ਲਗਾਤਾਰ ਉੱਡਦੀਆਂ ਜਾ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਹਰ ਦਿਨ ਖਬਰ ਅਸੀਂ ਤੁਹਾਨੂੰ ਦੱਸਦੇ ਹੈਗੇ ਹਾਂ ਕਿ ਪੱਬਾਂ ਕਲੱਬਾਂ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ, ਪਰ ਫਿਰ ਵੀ ਇਸ ਰੇਡ ਤੋਂ ਬਾਅਦ ਵੀ ਨਿਯਮਾਂ ਦੀ ਪਾਲਣਾ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਤਾਂ ਇਸ ਦੇ ਤਹਿਤ ਇੱਕ ਵਾਰ ਫਿਰ ਤੋਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਮਨੀ ਮਾਜਰਾ ਦੇ ਵਿੱਚ ਇੱਕ ਕਾਮਨ ਰੂਮ ਹੈ ਜੋ ਉਸ ਦੇ ਵਿੱਚ ਰੇਡ ਕੀਤੀ ਗਈ ਤੇ ਕਾਫੀ ਸਾਰੇ ਹੁੱਕਾ ਵੀ ਉੱਥੋਂ ਬਰਾਮਦ ਕੀਤੇ ਗਏ। ਕੋਰੋਨਾ ਦੀ ਮਹਾਮਾਰੀ ਅਤੇ ਡਿਸਕਾ ਲੌਂਜ ਬਾਰ ਹੋਟਲਾਂ ਦੇ ਸੰਚਾਲਕ ਕੋਵਿਡ-19 ਦੀਆਂ ਧੱਜੀਆਂ ਉਡਾਉਣ ਤੋਂ ਬਾਜ਼ ਨਹੀਂ ਆ ਰਹੇ। ਉੱਥੇ ਹੀ ਇਹਨਾਂ ਹੋਟਲਾਂ ਡਿਸਕਾਂ 'ਚ ਆਏ ਦਿਨ ਐਸਡੀਐਮ ਅਤੇ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਇਹ ਲੋਕ ਦਿੱਤੇ ਗਏ ਨਿਰਧਾਰਤ ਸਮੇਂ ਤੋਂ ਬਾਅਦ ਵੀ ਬੰਦ ਨਹੀਂ ਕਰਦੇ, ਨਾ ਹੀ ਹੁੱਕਾ ਪਰੋਸਣ ਤੋਂ ਬਾਜ਼ ਆ ਰਹੇ ਹਨ। ਇਸ ਨੂੰ ਦੇਖਦੇ ਹੋਏ ਐਸਡੀਐਮ ਨੇ ਰੇਡ ਕਰ 10 ਹੁੱਕੇ ਬਰਾਮਦ ਕੀਤੇ ਤੇ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ। ਚੰਡੀਗੜ੍ਹ ਮਨੀ ਮਾਜਰਾ ਕਾਮਨ ਰੂਮ ਰੈਸਟੋਰੈਂਟ ਵਿੱਚ ਚੱਲ ਰਹੇ ਹੁੱਕਾ ਬਾਰ ਤੇ ਐਸਡੀਐਮ ਤੇ ਉਹਨਾਂ ਦੀ ਟੀਮ ਨੇ ਬੀਤੀ ਦੇਰ ਰਾਤ ਰੇਡ ਕੀਤੀ। ਇਸ ਦੌਰਾਨ ਰੈਸਟੋਰੈਂਟ ਵਿੱਚ ਬੈਠੇ ਜੋ ਲੋਕ ਹੁੱਕੇ ਦਾ ਧੂਏ ਦਾ ਛੱਲਾ ਬਣਾ ਰਹੇ ਸੀ, ਜਿਸ ਦੇ ਬਾਅਦ ਟੀਮ ਮੌਕੇ ਤੇ ਪਹੁੰਚੀ ਤੇ 10 ਹੁੱਕੇ ਬਰਾਮਦ ਕੀਤੇ। ਸਾਰੇ ਹੁੱਕਿਆਂ ਨੂੰ ਕਬਜ਼ੇ 'ਚ ਲੈ ਕੇ ਕਾਮਨ ਰੂਮ ਰੈਸਟੋਰੈਂਟ ਨੂੰ 3 ਦਿਨਾਂ ਲਈ ਸੀਲ ਵੀ ਕਰ ਦਿੱਤਾ ਗਿਆ ਹੈ। ये मैडम ने, हमारे एसडीएम मैडम है रुचि सिंह बेदी, उन्होंने सरप्राइज विजिट की और ये पाया कि भी यहाँ पर हुक्का चल रहे थे, जो कि ये एक तो कैफ़े कॉफ़ी शॉप है, लेकिन जब इसके ऊपर फर्स्ट फ्लोर पे इसके राउंड किया गया तो पता चला भी एक नहीं कई हुक्के चल रहे थे, कई कस्टमर हुक्के पी रहे थे। तो उसी टाइम इसको सील करने के ऑर्डर कर दिए गए हैं और अब ये सील कर दिया गया है। मौके से 7-8 हुक्के बरामद हो गए। इनके ऊपर दफ़ा 188 के अंतर्गत की गई है। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਕਾਮਨ ਰੂਮ ਰੈਸਟੋਰੈਂਟ ਵਿੱਚ ਹੁੱਕਾ ਚੱਲ ਰਿਹਾ ਸੀ। ਪੁਲਿਸ ਵੱਲੋਂ ਰੈਸਟੋਰੈਂਟ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ, ਪਰ ਉਸ ਦੇ ਬਾਵਜੂਦ ਵੀ ਕਿਉਂ ਅਤੇ ਕਿਸ ਦੇ ਕਹਿਣ ਉੱਤੇ ਇਹ ਸੰਚਾਲਕ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਗਾਈਡਲਾਈਨ ਨੂੰ ਦਰਕਿਨਾਰ ਕਰ ਉਹਨਾਂ ਦੀਆਂ ਧੱਜੀਆਂ ਉਡਾ ਰਹੇ ਸੀ। ਅਜਿਹੇ ਵਿੱਚ ਜ਼ਰੂਰੀ ਹੈ ਕਿ ਇਹਨਾਂ ਦੇ ਖਿਲਾਫ ਹੋਰ ਸਖਤ ਕਾਰਵਾਈ ਕਰਨ ਦੀ, ਜਿਸ ਦੇ ਨਾਲ ਇਸ ਮਹਾਮਾਰੀ ਤੋਂ ਬਚਿਆ ਤੇ ਬਚਾਇਆ ਜਾ ਸਕੇ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ
ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹ ਨਾਅਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹਨਾਂ ਚਿਰ ਉਹ ਲਗਾਤਾਰ ਪ੍ਰਦਰਸ਼ਨ ਕਰਦੇ ਹੀ ਰਹਿਣਗੇ। ਚੰਡੀਗੜ੍ਹ ਵਿੱਚ ਵੀਰਵਾਰ ਨੂੰ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕਰਮਚਾਰੀਆਂ ਨੇ ਸੈਕਟਰ 17 ਸਥਿਤ ਨਗਰ ਨਿਗਮ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ, ਜਿਸ ਵਿੱਚ ਉਹ ਆਪਣੀ ਲੰਬਿਤ ਪਈਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਸਫਾਈ ਕਰਮਚਾਰੀ ਯੂਨੀਅਨ ਨੂੰ ਕੋਆਰਡੀਨੇਸ਼ਨ ਕਮੇਟੀ ਅਤੇ ਐਮਸੀ EMPLOYEES ਯੂਨੀਅਨ ਦਾ ਵੀ ਸਮਰਥਨ ਮਿਲਿਆ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਸਫਾਈ ਕਰਮਚਾਰੀਆਂ ਦਾ ਸ਼ੋਸ਼ਣ ਹੋ ਰਿਹਾ ਹੈ। ਨਗਰ ਨਿਗਮ ਵੱਲੋਂ ਸੈਕਟਰ 1 ਤੋਂ ਸੈਕਟਰ 30 ਤੱਕ ਸਫਾਈ ਦਾ ਜ਼ਿੰਮਾ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਜਾ ਰਿਹਾ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਦੇ ਇਲਾਵਾ ਸਫਾਈ ਕਰਮਚਾਰੀਆਂ ਦੀ ਕਾਫੀ ਸਮੇਂ ਤੋਂ ਭਰਤੀ ਨਹੀਂ ਹੋ ਰਹੀ, ਕਾਫੀ ਸੈਕਸ਼ਨ ਖਾਲੀ ਪਏ ਹਨ ਜਿਨ੍ਹਾਂ ਤੇ ਤੁਰੰਤ ਭਰਤੀ ਹੋਣੀ ਚਾਹੀਦੀ ਹੈ। ਨਗਰ ਨਿਗਮ ਵੱਲੋਂ ਹਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਪਰ ਉਹ ਭਰਤੀ ਨਹੀਂ ਕੀਤੀ ਜਾਂਦੀ, ਜਿਸ ਦਾ ਉਹ ਵਿਰੋਧ ਕਰਦੇ ਹਨ। आज का जो प्रदर्शन हम लोगों ने किया है, क्योंकि एक सेक्टर से लेके 30 सेक्टर तक ये लोग इसको ठेके कंपनी को देने जा रहे हैं और यहाँ के महापौर जी प्रस्ताव ला रहे हैं। मुझे कमिश्नर साहब ने बताया भाई इन्होंने रिजोल्व किया है, कमिश्नर साहब इस हक में नहीं है भाई ये ठेके पे जाए, मगर नगर निगम के पार्षद उन लोगों के ऊपर प्रेशर पा रहे हैं भाई एजेंडा लाया जाए, क्योंकि उन्होंने कहा 950 एम्प्लॉज मेरा कहाँ जाएगा। तो हम लोगों को पता लगा, अखबार के माध्यम से पता लगने के कारण आज हम लोगों के बीच में गए। लोगों को हम लोगों ने कहा है भाई आप लोग सारे इकट्ठे हो जाएं और नगर निगम के खिलाफ हम लोगों ने प्रदर्शन करना है, जिसमें CTU के भी साथी हमारे साथ है, कोऑर्डिनेशन कमेटी सारी हमारे साथ है लगी हुई है। कोऑर्डिनेशन कमेटी का मैं पार्टनर भी हूँ और जी जितने भी सेक्टर 16 सीवरेज यूनियन वगैरह सारी टोटल हम लोगों के बीच में हम प्रदर्शन कर रहे हैं। अगर सरकार ने हमारी बात नहीं मानी तो जितने महकमे हैं सारे लोग ही हड़ताल पे चले जाएंगे। आज हम इन लोगों से चाहते हैं भाई हमारी बात का इन्होंने हल करना चाहिए। ਉੱਥੇ ਦੂਜੇ ਪਾਸੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਵੀ ਇਸ ਪ੍ਰਦਰਸ਼ਨ ਨੂੰ ਸਮਰਥਨ ਮਿਲਿਆ ਸੀ, ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅੱਜ ਪ੍ਰਸ਼ਾਸਨ ਪ੍ਰਾਈਵੇਟ ਠੇਕੇਦਾਰਾਂ ਦੇ ਹੱਥਾਂ ਵਿੱਚ ਖੇਲ ਰਿਹਾ ਹੈ। ਚੰਡੀਗੜ੍ਹ ਵਿੱਚ ਕਿਸੇ ਵੀ ਡਿਪਾਰਟਮੈਂਟ ਉੱਤੇ ਭਰਤੀ ਨਹੀਂ ਹੋ ਰਹੀ। ਉਹ ਸਮੇਂ-ਸਮੇਂ ਤੇ ਆਪਣੀ ਯੂਨੀਅਨ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਅਫਸਰਾਂ ਨੂੰ ਮੰਗ ਪੱਤਰ ਵੀ ਸੌਂਪ ਰਹੇ ਹਨ, ਪਰ ਬਾਵਜੂਦ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ। ਦੇਖੋ ਜੀ ਜਿਹੜਾ ਪ੍ਰਸ਼ਾਸਨ ਹੈ ਅੱਜ ਦਾ ਪ੍ਰਸ਼ਾਸਨ ਰਾਜਨੀਤਿਕ ਦਬਾਅ ਦੇ ਥੱਲੇ ਕੰਮ ਕਰ ਰਿਹਾ ਆ। ਜਿਹੜੇ ਅਧਿਕਾਰੀ ਆ ਕੋਈ ਨਹੀਂ ਚਾਹੁੰਦਾ ਹੈਗਾ ਕਿ ਕਿਤੇ ਵੀ ਡਿਪਾਰਟਮੈਂਟ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾਵੇ, ਪਰ ਜਿਹੜੀ ਰਾਜਨੀਤਿਕ ਲੋਕ ਨੇ ਉਹ ਹਰ ਡਿਪਾਰਟਮੈਂਟ ਦੇ ਵਿੱਚ ਕਿਸੇ ਨਾ ਕਿਸੇ ਏਜੰਸੀ ਨੂੰ ਪਰਦੇ ਦੇ ਪਿੱਛੇ ਰਹਿ ਕੇ ਆਪਣੇ ਬੰਦੇ ਨੂੰ ਅੱਗੇ ਕਰ ਰਹੇ ਨੇ ਕਿ ਜਿਹੜਾ ਹੈਗਾ ਹਰ ਡਿਪਾਰਟਮੈਂਟ ਦੇ ਜਿੱਥੇ ਉਹਨਾਂ ਨੂੰ ਇਹ ਲੱਗਦਾ ਆ ਕਿ ਇੱਥੇ ਸਾਨੂੰ ਬੈਨੀਫਿਟ ਹੋ ਸਕਦਾ ਉਹ ਚੀਜ਼ਾਂ ਉਹ ਕਰ ਰਹੇ ਨੇ। ਇਸੇ ਤਰ੍ਹਾਂ ਜੇ ਅੱਜ ਇਹ ਗੱਲ ਆਉਂਦੀ ਹੈ, ਪਿਛਲੇ ਸਮੇਂ ਦੇਖੋ ਜਦੋਂ ਅਸੀਂ ਕੋਵਿਡ ਦੇ ਵਿੱਚ ਕੰਮ ਕੀਤਾ ਰਲ ਕੇ ਸਾਰਿਆਂ ਨੇ, ਤਾਂ ਸਾਡੇ ਉੱਤੇ ਇਸੇ ਹੀ ਪ੍ਰਸ਼ਾਸਨ ਨੇ ਇਹਨਾਂ ਹੀ ਰਾਜਨੀਤਿਕ ਲੋਕਾਂ ਨੇ ਸਾਡੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਕਿ ਇਹ ਲੋਕ ਨੇ ਕਰੋਨਾ ਯੋਧੇ ਕਿ ਜਿਹੜੇ ਕੰਮ ਕਰ ਰਹੇ ਨੇ। ਸਭ ਤੋਂ ਪਹਿਲਾਂ ਜਦੋਂ ਅੱਜ ਅਸੀਂ ਆਪਣੀ ਮੰਗਾਂ ਦੇ ਉੱਤੇ ਮੰਗ ਮੰਨ ਰਹੇ ਹਾਂ ਕਿ ਅਸੀਂ ਲੰਮੇ ਸਮੇਂ ਤੋਂ ਇੱਥੇ ਰੈਗੂਲਰ ਕੀਤਾ ਜਾਵੇ, ਸਾਡੇ ਜਿਹੜੇ ਆਊਟਸੋਰਸ ਕਰਮਚਾਰੀ ਹੈ ਇਹਨਾਂ ਨੂੰ ਜਿਹੜੀ ਆਊਟਸੋਰਸ ਦੀ ਇੱਕ ਸਿਕਿਉਰ ਪਾਲਿਸੀ ਤਿਆਰ ਕੀਤੀ ਜਾਵੇ, ਰੈਗੂਲਰ ਕੰਮ ਨੇ ਜਿਹੜੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਉਹਨਾਂ ਦੇ ਲਈ ਅੱਜ ਇਹ ਨਵੀਂ ਪਾਲਿਸੀ ਲੈ ਕੇ ਆ ਗਏ ਆ ਕਿ ਜਿਹੜਾ 30 ਸੈਕਟਰ ਤੋਂ ਲੈ 1 ਸੈਕਟਰ ਤੋਂ ਲੈ ਕੇ 30 ਸੈਕਟਰ ਤੱਕ ਦੇ ਜਿਹੜਾ ਕੰਮ ਹੈ ਸਫਾਈ ਦਾ ਉਹ ਕੇਵਲ ਤੇ ਕੇਵਲ ਅਸੀਂ ਕੰਪਨੀ ਨੂੰ ਦੇਣਾ ਆ। ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਦੂਜੇ ਡਿਪਾਰਟਮੈਂਟਾਂ ਦੇ ਸ਼ਿਫਟ ਕਰਨਾ, ਜਿਹੜੇ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਬਾਹਰ ਦਾ ਰਸਤਾ ਦਿਖਾ ਦੇਣਾ। ਸਾਡੀ ਇਸ ਗੱਲ ਦੀ ਉੱਤੇ ਲੜਾਈ ਹੈ ਕਿ ਇਹਨਾਂ ਦੀ ਹੀ MP ਕਿਰਨ ਬੇਦੀ ਨੇ ਕਲਿੱਪ ਜਾਰੀ ਕਰਕੇ ਸਾਨੂੰ ਇਹ ਗੱਲ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜੇ ਆਊਟਸੋਰਸ ਦੇ ਕਰਮਚਾਰੀ ਨੇ ਇਹਨਾਂ ਲੋਕਾਂ ਨੂੰ ਅਸੀਂ ਕੰਟਰੈਕਟ ਤੇ ਕਰਕੇ ਸਿੱਧੇ ਆਪਣੇ ਅੰਡਰ ਐਡਮਿਨਿਸਟ੍ਰੇਸ਼ਨ ਲਏਗੀ, ਇਹਨਾਂ ਨੂੰ ਠੇਕੇਦਾਰ ਸਿਸਟਮ ਤੋਂ ਬਾਹਰ ਕੀਤਾ ਜਾਏਗਾ। ਪਰ ਅੱਜ ਜਿਹੜੇ ਅਸੀਂ ਠੇਕੇਦਾਰ ਦੇ ਵਿੱਚ ਕੰਮ ਕਰਦੇ ਹਾਂ, ਅੱਜ ਇਹਨਾਂ ਦੇ ਜਿਹੜੇ ਇੱਥੇ ਮੇਅਰ ਸਾਹਿਬ ਨੇ ਉਹ ਰੈਗੂਲੇਸ਼ਨ ਲੈ ਕੇ ਆ ਰਹੇ ਨੇ ਕਿ ਜਿਹੜੇ ਠੇਕੇ ਦੇ ਕੰਮ ਕਰਦੇ ਨੇ ਉਹਨਾਂ ਨੂੰ ਬਾਹਰ ਕੀਤਾ ਜਾਵੇ, ਜਿਹੜੇ ਰੈਗੂਲਰ ਕੰਮੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਪੋਸਟਾਂ ਨੇ 1000 ਦੇ ਲਗਭਗ ਖਾਲੀ ਪਈਆਂ ਨੇ, ਅਸੀਂ ਚੰਡੀਗੜ੍ਹ ਦੇ ਵਿੱਚ ਕੰਮ ਕਰ ਸਕਦੇ ਹਾਂ, ਅਸੀਂ ਚੰਡੀਗੜ੍ਹ ਨੂੰ ਸੁੰਦਰਤਾ ਦੇ ਸਕਦੇ ਹਾਂ। ਅੱਜ ਤੱਕ ਅਸੀਂ ਦਿੱਤੀ ਹੈ ਕੰਮ ਦੇ ਵਿੱਚ। ਦੱਸ ਦਿੰਦੇ ਆ ਕਿ ਪਿਛਲੇ ਕਈ ਮਹੀਨਿਆਂ ਤੋਂ ਸਫਾਈ ਕਰਮਚਾਰੀ ਆਪਣੀ ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕਦੋਂ ਇਹਨਾਂ ਤੇ ਧਿਆਨ ਦਿੱਤਾ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਸ 1 ਦੇ ਵਿੱਚ ਦੂਜੇ MRF ਸੈਂਟਰ ਦਾ ਉਦਘਾਟਨ ਕੀਤਾ ਗਿਆ। ਤਾਂ ਦੱਸ ਦਈਏ ਕਿ ਇਸ ਦਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ VP ਸਿੰਘ ਬਦਨੌਰ ਵੱਲੋਂ ਕੀਤਾ ਗਿਆ। ਪੇਸ਼ ਹੈ ਇਸ ਦੀ ਰਿਪੋਰਟ।
ਡੱਡੂ ਮਾਜਰਾ ਵਿਖੇ ਕੂੜੇ ਦਾ ਪਹਾੜ ਵੱਧਦਾ ਹੀ ਜਾ ਰਿਹਾ ਹੈ ਅਤੇ ਇਹ ਪਹਾੜ ਲੋਕਾਂ ਲਈ ਹੁਣ ਨਾਸੂਰ ਬਣ ਚੁੱਕਿਆ ਹੈ। ਪਰ ਇਸ ਪਹਾੜ ਦਾ ਹੁਣ ਛੇਤੀ ਤੋਂ ਛੇਤੀ ਨਿਪਟਾਰਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦਰਅਸਲ ਜਦੋਂ ਇੱਥੇ ਵੀਪੀ ਬਦਨੌਰ ਗਵਰਨਰ ਬਣ ਕੇ ਆਏ ਸੀ ਤਾਂ ਲੋਕਾਂ ਨੇ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਸੀ। ਇਸ ਨੂੰ ਲੈ ਕੇ ਵੀਪੀ ਸਿੰਘ ਬਦਨੌਰ ਨੇ ਨਗਰ ਨਿਗਮ ਨੂੰ ਹਿਦਾਇਤ ਦਿੱਤੀ ਸੀ ਕਿ ਨਗਰ ਨਿਗਮ ਵੀ ਇਸ ਨੂੰ ਲੈ ਕੇ ਛੇਤੀ ਹੀ ਟੈਂਡਰ ਕਾਲ ਵੀ ਕਰਨ ਵਾਲਾ ਹੈ, ਜਿਸ ਦੇ ਤਹਿਤ ਵੇਸਟ ਟੂ ਇਲੈਕਟ੍ਰਿਸਿਟੀ ਪਲਾਂਟ ਲਗਾਵਾਂਗੇ। ਇਹ ਗੱਲ ਗਵਰਨਰ ਵੀਪੀ ਸਿੰਘ ਬਦਨੌਰ ਨੇ ਇੰਡਸਟਰੀਅਲ ਏਰੀਆ ਫੇਸ 1 ਚ ਦੂਜੇ MRF ਸੈਂਟਰ ਦੇ ਉਦਘਾਟਨ ਦੇ ਦੌਰਾਨ ਕਹੀ ਸੀ। ਇੰਡਸਟਰੀਅਲ ਏਰੀਆ ਫੇਸ 1 ਵਿੱਚ ਦੂਜੇ ਮਟੀਰੀਅਲ ਰਿਕਵਰੀ ਫੈਸਿਲਿਟੀ ਆਫ ਗਾਰਬੇਜ ਟਰਾਂਸਫਾਰਮਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਦੇ ਤਹਿਤ ਹੁਣ ਸ਼ਹਿਰ ਦੇ ਕੂੜੇ ਦਾ ਨਿਪਟਾਰਾ ਕੀਤਾ ਜਾਏਗਾ। ਗਵਰਨਰ ਬਦਨੌਰ ਨੇ ਕਿਹਾ ਕਿ ਕੂੜੇ ਨੂੰ ਡਿਸਪੋਜ਼ ਆਫ ਕਰਨਾ ਸਿਰਫ ਚੰਡੀਗढ़ ही नहीं, देश ही नहीं सगों दुनिया की सब तो बड़ी समस्या है। हमने और सब डॉक्टर्स जितने भी तीनों हमारे हॉस्पिटल्स और उसके साथ में बहुत खुशी की बात यह है कि मोहाली और पंचकुला भी हमारे साथ में। ट्राई सिटी का जो नया कंसेप्ट हमने दिया है, पहले तो हमने दिया था कि साहब लॉ एंड ऑर्डर के लिए उसको साथ में जब तक नहीं लेंगे तो हम लोग लॉ एंड ऑर्डर के अंदर हम लोग व्यवस्था खाली चंडीगढ़ की नहीं कर पाएंगे, और उसी के कारण पंचकुला और मोहाली के डीसीज और इनकी मीटिंग होती रहती है। पुलिस की भी नीचे से लेकर ऊपर तक इन लोगों की मीटिंग्स चलती रहती है। नेक्स्ट वीक मैं भी एक हमारे डीजीज और दूसरे की मीटिंग लेने जा रहा हूँ, क्योंकि अब चुनाव जब आ रहा है, पास में चुनाव आ रहा है तो कैपिटल आपके चंडीगढ़ है, पर चंडीगढ़ के अंदर हम लोग ऐसी व्यवस्था रखना चाहते हैं, एक अलग से एरिया दे रखा है जो सेक्टर 25 का है, वहाँ पे ही मीटिंग्स हों और दूसरे डिस्टर्ब नहीं होने चाहिए, क्योंकि हमारे मार्केट्स भी चलते रहें, हमारी दूसरी व्यवस्था भी चलती रहे। ऐसे छोटी मोटी लड़ाई आप लोग ज़रूर करने की आदत है और म्यूनिसिपैलिटी के अंदर करते हैं, पर जब साथ में जाकर आप लोग उस लड़ाई के बाद में जो निर्णय लेते हैं वो बहुत अच्छा निर्णय लेते हैं, वो सब डिबेट के बाद में ही निर्णय होता है। और इसलिए उसकी भी मैं सब आप लोगों के काउंसलर्स की, हमारे लीडर ऑफ अपोजिशन, हमारे मेयर, डिप्टी मेयर्स, सबकी मैं बहुत बहुत धन्यवाद भी देना चाहता हूँ, आभार भी व्यक्त करना चाहता हूँ। इस दौरान मेयर ने भी भरोसा दिता कि वो चंडीगढ़ विच वेस्ट टैक्नोलॉजी ਨੂੰ ਲੈ ਕੇ ਆਉਣਗੇ ਅਤੇ ਵੀਪੀ ਸਿੰਘ ਬਦਨੌਰ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਾਫੀ ਚੰਗੇਰੇ ਕਾਰਜ ਚੰਡੀਗੜ੍ਹ ਵਿੱਚ ਹੋਏ ਹਨ। ਅੱਗੇ ਵੀ ਉਹਨਾਂ ਦੀ ਅਗਵਾਈ ਵਿੱਚ ਚੰਗੇਰੇ ਕਾਰਜ ਕਰਨ ਜਾ ਰਹੇ ਹਾਂ, ਜਿਸ ਦੇ ਲਈ ਚੰਡੀਗੜ੍ਹ ਦੇ ਲੋਕ ਹਮੇਸ਼ਾ ਯਾਦ ਰੱਖਣਗੇ। धन्यवाद करता हूँ कि आपके सहयोग से आज चंडीगढ़ इस मुकाम पे पहुँच रहा है कि आने वाले समय में वो दिन दूर नहीं जब देश में इंदौर की जगह अब चंडीगढ़ का ही नाम रहेगा, नंबर 1 पे चंडीगढ़ ही रहेगा। सर, ये जो शहर का सबसे बड़ा नासूर था, कचरे का एक पहाड़ जो डड्डू मजरा के प्लांट के पास लगा हुआ था, उसके लिए भी स्मार्ट सिटी के माध्यम से एक कमिश्नर साहब आपने जिस तरह से काम किया है और मैम राज्यपाल जी के आशीर्वाद से, उनके सहयोग से जिस तरह से उस कूड़े का निस्तारण करा है लेगेसी माइनिंग के माध्यम से, मुझे लगता है शहर के लिए बहुत बहुत ही बड़ा सुकून की बात है। और जो पहाड़ अभी बचा है उसके लिए भी योजना चल रही है, बहुत जल्दी उसको भी, उस कूड़े का भी निस्तारण करेंगे। और सबसे बड़ा मुद्दा जो शहर का गार्बेज प्लांट का था, जो एक हर दिन हमारे लिए एक बड़े से बड़ा नासूर बनता जा रहा था, उसके निस्तारण के लिए पिछले हाउस में हमने वो जो टेक्नोलॉजी है, किस टेक्नोलॉजी पे जाना है, कौन सा प्लांट लगना है, उसके लिए सदन ने पास कर दिया है। उति इस दौरान नगर निगम के कमिश्नर के यादव, एडवाइजर धर्मपाल, नगर निगम विच विरोधी पक्ष के आगू दविंदर बबला, भाजपा सेवादार शक्ति देवशाली, भरत भूषण ਅਤੇ ਹੋਰ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਤੇ ਹੁਣ
ਹੁਣ ਗੱਲ ਕੋਰੋਨਾ ਅਪਡੇਟ ਦੀ ਕਰ ਲੈਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਇਹੀ ਕਵਾਂਗੇ ਕਿ ਮਾਮਲੇ ਘਟ ਰਹੇ ਨੇ, ਪਰ ਸਾਵਧਾਨ ਜ਼ਰੂਰ ਰਹੋ, ਸਤਰਕ ਜ਼ਰੂਰ ਰਹੋ ਤੇ ਕੋਰੋਨਾ ਦੇ ਨਿਯਮਾਂ ਦੀ ਪਾਲਣ ਜ਼ਰੂਰ ਕਰੋ ਤਾਂ ਜੋ ਅਸੀਂ ਇਸ ਤੀਜੀ ਲਹਿਰ ਤੋਂ ਬਚ ਸਕੀਏ ਤੇ ਅਸੀਂ ਆਪਣੇ ਪਰਿਵਾਰ ਨੂੰ ਕੋਰੋਨਾ ਤੋਂ ਸੁਰੱਖਿਅਤ ਕਰ ਸਕੀਏ। ਤੇ ਹੁਣ ਦੇਖ ਲੈਂਦੇ ਹਾਂ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਅੱਜ ਕੋਰੋਨਾ ਦੇ ਕਿੰਨੇ ਨਵੇਂ ਮਾਮਲੇ ਸਾਹਮਣੇ ਆਏ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਕੁੱਲ 5 ਨਵੇਂ ਮਾਮਲੇ ਸਾਹਮਣੇ ਆਏ ਨੇ। 3 ਮਾਮਲੇ ਮੋਹਾਲੀ ਤੋਂ ਤੇ 2 ਮਾਮਲੇ ਚੰਡੀਗੜ੍ਹ ਤੋਂ ਸਾਹਮਣੇ ਆਏ ਤੇ ਕੁੱਲ ਮੌਤਾਂ ਹੁਣ ਤੱਕ 1865 ਹੋ ਚੁੱਕੀਆਂ ਨੇ। 1056 ਮੌਤਾਂ ਮੋਹਾਲੀ ਤੇ 809 ਮੌਤਾਂ ਚੰਡੀਗੜ੍ਹ ਦੇ ਵਿੱਚੋਂ ਦਰਜ ਕੀਤੀਆਂ ਗਈਆਂ। ਰੁਕ ਮੌਸਮ ਦਾ ਵੀ ਕਰ ਲੈਂਦੇ ਆ। ਧੁੱਪ ਬੇਸ਼ੱਕ ਘਟ ਰਹੀ ਪਰ ਗਰਮੀ ਨੇ ਕਿਤੇ ਨਾ ਕਿਤੇ ਪਰੇਸ਼ਾਨ ਜ਼ਰੂਰ ਕੀਤਾ, ਪਰ ਉਹ ਵਾਲੀ ਗਰਮੀ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਸੀ ਉਸ ਤੋਂ ਲੋਕਾਂ ਨੂੰ ਥੋੜੀ ਰਾਹਤ ਮਿਲੀ। ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ, ਫਿਰ ਹੋਵੇਗੀ ਮੁਲਾਕਾਤ। ਨਮਸਕਾਰ।